ਪ੍ਰਾਈਮ ਏਸ਼ੀਆ ਟੀਵੀ ਤੇ ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਡਿਸਕਸ਼ਨ ਤੇ ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ। ਇਸ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਚਰਚਾ ਕਰਾਂਗੇ ਆਪਣੇ ਸਾਹਿਬ ਨਾਲ। ਇੱਕ ਤਾਂ ਅਜੇ 2020 ਚੱਲੀ ਜਾਂਦਾ, ਲਗਭਗ ਹੌਲੀ ਹੌਲੀ ਹੁਣ ਮੁੱਕਣ ਵਾਲੇ ਪਾਸੇ ਨੂੰ ਤੁਰ ਪਿਆ, ਪਰ ਪੰਜਾਬ ਦੇ ਵਿੱਚ 2022 ਵਾਲੀਆਂ ਇਲੈਕਸ਼ਨਾਂ ਦਾ ਆਗਾਜ਼ ਅੰਦਰ ਖਾਤੇ ਸ਼ੁਰੂ ਹੋ ਗਿਆ, ਜਿਹਦਾ ਕਰਕੇ ਪੋਲੀਟੀਕਲ ਪਾਰਟੀਆਂ ਵੀ ਤੱਤੀਆਂ ਹੋ ਗਈਆਂ। ਖਬਰਾਂ ਇਹਦੇ ਨਾਲ ਰਿਲੇਟਡ ਆਪਾਂ ਆਪਣੇ ਸਾਹਿਬ ਨਾਲ ਕਰਾਂਗੇ। ਫਿਰ ਜਿਹੜਾ ਕਹਿ ਲਓ ਇਸ ਵਕਤ ਕਰੋਨਾ ਦਾ ਕਹਿਰ ਆ, ਉਹਦੇ ਨਾਲ ਜੋ ਨੁਕਸਾਨ ਹੋ ਰਹੇ ਆ ਉਹਦਾ ਜ਼ਿਕਰ ਕਰਨਾ ਵੀ ਬਣਦਾ। ਅਤੇ ਇੱਕ ਮੁਲਕ ਦੇ ਵਿੱਚ ਇੱਕ ਏਰੀਏ ਦੇ ਵਿੱਚ ਦੁਬਾਰਾ ਉਹੀ ਕਹਿ ਲਓ ਕਿ ਵੀ ਧਾਰਮਿਕ ਹਿੰਸਾ ਭੜਕੀ, ਉਹ ਕਿਹੜੀ ਗੱਲੋਂ ਭੜਕੀ ਅਤੇ ਕਿੱਧਰ ਨੂੰ ਤੁਰਿਆ ਕੰਮ, ਉਹ ਜ਼ਿਕਰ ਵੀ ਆਪਾਂ ਕਰਾਂਗੇ। ਕੁਝ ਖਬਰਾਂ ਹੋਰ ਨੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ। 500 ਬਹੁਤ ਬਹੁਤ ਸਵਾਗਤ ਜੀ। ਮੌਸਮ ਜਿੱਦਾਂ ਮੈਂ ਕਰੋਨਾ ਦੀ ਗੱਲ ਹੀ ਕਰ ਰਿਹਾ ਸੀ ਕਿ ਇਸ ਦੌਰ ਨੇ ਬਹੁਤ ਸਾਰੀਆਂ ਜਿਹੜੀਆਂ ਕਹਿ ਲਓ ਕਿ ਵੀ ਸ਼ਖਸੀਅਤਾਂ ਸੀ ਉਹਨਾਂ ਨੂੰ ਦੂਰ ਕਰ ਦਿੱਤਾ ਆਮ ਲੋਕਾਂ ਤੋਂ। ਹੁਣ ਜਿੱਦਾਂ ਕੱਲ੍ਹ ਦੀ ਰਾਹਤ ਇੰਦੌਰੀ ਸਾਹਿਬ ਦੀ ਖਬਰ ਆਈ ਹੈ ਕਿ ਵੀ ਉਹ ਪਤਾ ਲੱਗਿਆ ਕਿ ਪੋਜ਼ੀਟਿਵ ਨੇ ਅਤੇ ਨਾਲ ਹੀ ਉਹ ਪੂਰੇ ਹੋ ਗਏ। ਦੇਖੋ, ਕਰੋਨਾ ਨੇ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਨੂੰ ਖੋਹ ਲਿਆ ਜਾਂ ਨਿਟਾਲ ਕਰਕੇ ਸੁੱਟ ਦਿੱਤਾ ਜੀ। ਇਸ ਵੇਲੇ ਤਾਂ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵਰਗਾ ਸੁਲਝਿਆ ਹੋਇਆ ਰਾਜਨੀਤੀਵਾਨ ਜੀ ਵਿਦਵਾਨ ਵੀ ਹੈ, ਬੜਾ ਵੱਡਾ ਇੰਟਲੈਕਚੁਅਲ ਵੀ ਹੈ, ਉਹ ਵੀ ਇਸ ਵੇਲੇ ਜਿਹੜੀ ਸਥਿਤੀ ਵਿੱਚ ਹੈ ਅਸੀਂ ਸਿਰਫ ਸੌਖੇ ਮੰਗ ਸਕਦੇ ਹਾਂ। ਬਿਲਕੁਲ ਸਹੀ। ਇਹੋ ਇਹੋ ਜਿਹੇ ਬੰਦੇ ਦੀ ਜਾਨ ਬਚੀ ਰਹਿਣੀ ਚਾਹੀਦੀ ਹੈ, ਬਹੁਤ ਆਪਣੇ ਢੰਗ ਨਾਲ ਉਹਦੀ ਮਹਾਨਤਾ। ਰਹਿ ਗਈ ਗੱਲ ਰਾਹਤ ਇੰਦੌਰੀ ਦੀ। ਰਾਹਤ ਸਾਹਿਬ ਬੜੇ ਵੱਡੇ ਸ਼ਾਇਰ ਸਨ ਉਰਦੂ ਦੇ। ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਵੀ ਗਾਣੇ ਗਾਏ, ਔਰ ਫਿਲਮਾਂ ਦੇ ਵਿੱਚ ਜਿਹੜੇ ਉਹਨਾਂ ਨੇ ਗਾਣੇ ਗਾਏ ਉਹ ਬੜੇ ਚੜ੍ਹੇ ਵੀ ਸਨ ਜੀ। ਫਿਰ ਕੁਛ ਪ੍ਰੋਗਰਾਮਾਂ ਦੇ ਵਿੱਚ, ਲਾਈਵ ਪ੍ਰੋਗਰਾਮਾਂ 'ਚ ਵੀ ਜਾਂਦੇ ਰਹੇ। ਸ਼ਾਇਰੀ ਕਮਾਲ ਦੀ ਕਰਦੇ ਸਨ, ਅਤੇ ਜਿਹੜੀ ਕਮਾਲ ਦੀ ਸ਼ਾਇਰੀ ਸੀ ਉਹਨੇ ਵੱਧਦਾ ਉਹਨਾਂ ਦਾ ਕਮਾਲ ਦਾ ਕਹਿਣ ਢੰਗ ਹੁੰਦਾ ਸੀ ਜੀ। ਇਸ ਢੰਗ ਨਾਲ ਬੋਲਣਾ, ਅੱਧੀ ਗੱਲ ਰੋਕ ਲੈਣੀ, ਫਿਰ ਦੁਬਾਰਾ ਫਿਰ ਸ਼ੁਰੂ ਕਰਕੇ ਜਿੱਦਾਂ ਲੈਣਾ। ਉਹਨੇ ਚਿਰ ਤੱਕ ਲੋਕ ਇਸ ਤਰ੍ਹਾਂ ਤਿਆਰ ਹੋ ਜਾਂਦੇ ਸੀ ਜਿਵੇਂ ਗੱਲ ਬੋਚਣੀ ਹੁੰਦੀ ਹੈ ਜੀ। ਉਹਨਾਂ ਨੇ ਹਰ ਮੁਸ਼ਾਇਰੇ ਦੇ ਵਿੱਚ ਜਿੱਥੇ ਵੀ ਗਏ ਕਮਾਲ ਕੀਤੀ ਹੈ। ਔਰ ਬਾਕੀ ਸ਼ਾਇਰ ਵੀ, ਹੁਣ ਸਾਡੇ ਕੋਲ ਗਿਣੇ ਚੁਣੇ ਰਹਿ ਕਿੰਨੇ ਗਏ ਨੇ, ਮੁਨੱਵਰ ਰਾਣਾ ਜੀ ਨੇ ਜੀ, ਇਹ ਨੇ, ਥੋੜ੍ਹੇ ਜਿਹੇ ਨੇ। ਹੁਣ ਜਦੋਂ ਇਹ ਕੱਲ੍ਹ ਚਲੇ ਗਏ, ਇਹਨਾਂ ਦੇ ਕੱਲ੍ਹ ਦੇ ਜਾਣ ਤੋਂ ਬਾਅਦ ਇੱਕ ਉਹਨਾਂ ਦਾ ਜਿਹੜਾ ਬਹੁਤ ਵਧੀਆ ਜਿਹੜੇ 3 ਬੰਦ ਨੇ ਸ਼ਾਇਰੀ ਦੇ ਜੀ, ਉਹ ਇਸ ਵੇਲੇ ਹਰ ਪਾਸੇ ਚਰਚਾ 'ਚ ਨੇ, ਜਿਹਦੇ ਸ਼ੁਰੂਆਤ ਇੱਥੋਂ ਹੁੰਦੀ ਹੈ। लगेगी आग तो आएंगे घर कई ज़द में जी। इसमें सिर्फ हमारा मकान थोड़ी है भी तुसी अग ला दिओ जी जी, लगन दिओ, इत्थे कई फसणगे सड़नगे, इत्थे कला साडा घर थोड़ा। जो साहिब मसनद हैं आज, साहिब मसनद होता भी अज कुर्सी ते है, गद्दी ते है जी। जो साहिब मसनद हैं आज कल नहीं होंगे, किराएदार हैं, अपना मकान थोड़ी है जी। फिर ये जी है भी अखीरली जी उन्हें गल आखी, सभी का खून शामिल है इस देश की मिट्टी में, किसी के बाप का हिंदुस्तान थोड़ी है जी। क्या बात। वो जी गल उन्होंने आखी, वो तो बाद पता नहीं किन्ने थावां दे उत्ते विरोध दियां कानफ्रेंसां च, मुजाहरियां च, प्रदर्शनां च किन्ने लोकां ने किद्दां किद्दां पढ़ी ते किद्दां किद्दां गाई जी। वो जी अखीरली लाइन सी वही कि सभी का खून शामिल है इस देश की मिट्टी में, किसी के बाप का हिंदुस्तान थोड़ी है जी। अज दे हालात उत्ते भी बहुत ज़्यादा टुकती है, ਉਹਦਾ ਕਰਕੇ सब लोग बड़ा ਉਹਨਾਂ ਦਾ ਸਤਿਕਾਰ ਕਰਦੇ ਸੀ। ਇਹੋ ਜਿਹੀ ਸ਼ਖਸੀਅਤ ਦਾ ਤੁਰ ਜਾਣਾ, ਇਹ ਸਾਰੇ ਲੋਕਾਂ ਨੇ ਬਹੁਤ ਦੁੱਖ ਮਨਾਇਆ। ਇੱਥੋਂ ਤੱਕ ਕਿ ਜਿਹੜੇ ਉਹਨਾਂ ਦੀ ਨੁਕਤਾਚੀਨੀ ਕਰਦੇ ਸੀ, ਇਸ ਮੌਕੇ 'ਤੇ ਉਹਨਾਂ ਨੂੰ ਵੀ ਕਹਿਣਾ ਪਿਆ ਕਿ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜੀ। ਪਰ ਸਾਹਿਬ ਪੰਜਾਬ ਵਾਲੇ ਪਾਸੇ ਆਈਏ ਤਾਂ ਪੰਜਾਬ ਦੇ ਵਿੱਚ ਇਸ ਵਕਤ ਹਰੇਕ ਪਾਰਟੀ ਦਾ ਜ਼ੋਰ ਲੱਗਣ ਲੱਗ ਪਿਆ। ਜਿੱਦਾਂ ਇੱਦਾਂ ਹੁੰਦਾ ਨਾ ਕਿ ਵੀ ਜਦੋਂ ਕਣਕ ਦਾ ਜਾਂ ਝੋਨੇ ਦਾ ਵਾਢੀ ਦਾ ਸੀਜ਼ਨ ਆਉਂਦਾ ਅਤੇ ਕੰਬਾਈਨ ਵਾਲੇ ਗਰੀਸ ਗਰੂਸ ਕਰਨ ਲੱਗ ਪੈਂਦੇ ਆ, ਉੱਦਾਂ ਹੁਣ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਆਪੋ ਆਪਣੀ ਥਾਂ ਤੱਤੀਆਂ ਹੋ ਗਈਆਂ। ਪਰ ਇਹ ਸਾਰੇ ਕੁਛ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਕਿਸੇ ਪਾਰਟੀ ਦੀ ਗੱਲ ਕਰੀਏ ਜਿਹਨੇ ਜ਼ਿਆਦਾ ਇਸ ਵਕਤ ਹੰਬਲਾ ਮਾਰਿਆ, ਤਾਂ ਉਹ ਅਕਾਲੀ ਦਲ ਜਾਪਦਾ। ਕਿਉਂਕਿ ਜੇ ਆਪਾਂ 2-3 ਮਹੀਨੇ ਪਿੱਛੇ ਚਲੀ ਜਾਈਏ ਤਾਂ ਇੱਦਾਂ ਲੱਗਦਾ ਸੀ ਵੀ ਜਿਵੇਂ ਅਕਾਲੀ ਦਲ ਹੁਣ ਲਗਭਗ ਖਤਮ ਹੀ ਆ, ਅਤੇ ਹੁਣ ਅਕਾਲੀ ਦਲ ਇੱਦਾਂ ਲੱਗ ਰਿਹਾ ਵੀ ਜਿਵੇਂ ਜਿਹੜੀ ਵਿਰੋਧੀ ਪਾਰਟੀ ਹੈ ਇਸ ਵਕਤ ਆਮ ਆਦਮੀ ਪਾਰਟੀ, ਉਹਨਾਂ ਤੋਂ ਵੀ 4 ਲੰਘਾਂ ਅੱਗੇ ਆ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ, ਪਹਿਲਾਂ ਤਾਂ ਮੈਂ ਇਹ ਦੱਸ ਦਿਆਂ
ਕਿ ਤੁਸੀਂ ਕਹਿੰਦੇ ਕਿ ਵਾਢੀ ਦਾ ਦਿਨ ਆਉਂਦੇ ਨੇੜੇ ਤੇ ਕੰਬਾਈਨਾਂ ਨੂੰ ਗਰੀਸ ਦੇਣ ਲੱਗ ਪੈਂਦੇ ਆ ਜੀ। ਤੁਸੀਂ ਕੰਬਾਈਨਾਂ ਵਾਲੇ ਯੁੱਗ ਦੇ ਹੋ। ਨਹੀਂ, ਮੈਂ ਦਾਦੀ ਨੂੰ ਦੰਦੇ ਕਢਾਉਣ ਵਾਲੀ ਗੱਲ ਮੈਂ ਕੀਤੀ ਆਪਣੇ ਦਰਸ਼ਕਾਂ ਨੂੰ ਆਖੂੰਗਾ ਕਿ ਤੁਹਾਡੇ ਘਰ 'ਚ ਕੋਈ ਦਾਦਾ, ਕੋਈ ਨਾਨਾ, ਕੋਈ ਚਾਚਾ, ਕੋਈ ਤਾਇਆ ਜੀ ਸਾਡੇ ਨੇੜੇ ਤੇੜੇ ਦੀ ਉਮਰ ਦਾ, ਤੇ ਉਹਨੂੰ ਪੁੱਛਿਓ ਜਦੋਂ ਕਣਕ ਨੂੰ ਸਿੱਟਾ ਪੈਣ ਲੱਗਦਾ ਸੀ ਉਦੋਂ ਹੀ ਫਿਰ ਪੁਰਾਣੀ ਲਗਾ ਕੇ ਰੱਖੀ ਪਰਾਲੀ ਕੱਢ ਕੇ ਉਹਨੂੰ ਪਹਿਲਾਂ ਪਾਣੀ ਦੇ ਵਿੱਚ ਭਿਉਂ ਕੇ ਫਿਰ ਉਹਦੇ ਬੇੜ ਵੱਟਦੇ ਹੁੰਦੇ ਸੀ ਕਿ ਭਰੀਆਂ ਕਾਹਦੇ ਨਾਲ ਬੰਨ੍ਹਣੀਆਂ ਜੀ। ਉਦੋਂ ਤੋਂ ਹੀ ਉਹ ਫਲੇ ਬੰਨ੍ਹਣ ਲੱਗ ਪੈਂਦੇ ਸੀ। ਅੱਡ ਅੱਡ ਥਾਵਾਂ ਤੋਂ ਰੁੱਖਾਂ ਨੂੰ ਵੱਢ ਕੇ ਤੇ ਫੜਾ ਤਿਆਰ ਕਰਨਾ ਪੈਂਦਾ ਸੀ। ਉਹ 10 ਕੁ ਫੁੱਟ ਚੌੜਾ, 10 ਕੁ ਫੁੱਟ ਲੰਮਾ, ਇੰਨਾ ਕੁ ਫੜਾ, ਉਹਦੇ ਵਿੱਚ ਡੰਡੇ ਲਾ ਕੇ ਉਹਦੇ 'ਚ ਪਰਾਲੀ ਉੱਥੋਂ ਲਿਆ ਕੇ ਸਰਕੰਡਾ ਉਹ ਵੀ ਵਿੱਚ ਪਾਉਣਾ, ਕਈ ਚੀਜ਼ਾਂ ਪਾ ਕੇ ਤੇ ਉਹਨੂੰ ਇੱਦਾਂ ਦਾ ਬਣਾਉਣਾ ਹੁੰਦਾ ਸੀ ਵੀ ਕਣਕ ਦੇ ਉੱਤੇ ਫਿਰ ਬਲਦਾਂ ਦੇ ਨਾਲ ਫੇਰਿਆ ਜਾਵੇ ਤਾਂ ਕਿ ਕਣਕ ਗਾਈ ਜਾ ਸਕੇ ਜੀ। ਉਹ ਇਸ ਵੇਲੇ ਜਦੋਂ ਹੁਣ ਚੋਣਾਂ ਨੇੜੇ ਆਉਂਦੀਆਂ ਦਿਸ ਪਈਆਂ, ਸਾਲ ਤਾਂ ਪੌਣੇ 2 ਰਹਿ ਗਏ, ਪੌਣੇ 2 ਤੋਂ ਵੀ ਘੱਟ ਨੇ ਜੀ। ਤੇ ਇਸ ਮੌਕੇ ਦੇ ਉੱਤੇ ਇਹ ਸਾਰੀਆਂ ਹੀ ਪਾਰਟੀਆਂ ਸਰਗਰਮ ਨੇ। ਆਮ ਆਦਮੀ ਪਾਰਟੀ ਠੀਕ ਆ, ਪਿਛਲੀ ਵਾਰੀ ਮੁੱਖ ਵਿਰੋਧੀ ਪਾਰਟੀ ਸੀ, ਇਸ ਵਾਰੀ ਉਹ ਮੁੱਖ ਵਿਰੋਧੀ ਪਾਰਟੀ ਦੇ ਬਜਾਏ ਅਕਾਲੀ ਦਲ ਥੋੜ੍ਹਾ ਅੱਗੇ ਨਿਕਲਦਾ ਇਸ ਕਰਕੇ ਜਾਪਦਾ ਜੀ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਸਰਗਰਮੀ ਨਹੀਂ ਕਰ ਰਹੇ ਜੀ। ਉਹਨਾਂ 'ਚੋਂ 5-6 ਸਰਗਰਮੀ ਕਰ ਰਹੇ ਨੇ, 8 ਕਰ ਲਓ। ਕੁਛ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੀ ਪਹਿਲਾਂ ਬਹੁਤ ਚਰਤ ਸੀ, ਹੁਣ ਉਹ ਕਿਤੇ ਲੱਭਦੇ ਨਹੀਂ, ਨੌਕਰੀ ਲੱਗੇ ਬੈਠੇ ਨੇ ਜੀ। 3-4 ਜਣੇ ਅਜੇ ਤੱਕ ਚੌਕ 'ਚ ਖਲੋ ਕੇ ਵੇਖਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਵੱਲ ਪਿੱਛੇ ਮੁੜੀਏ ਕਿ ਕਾਂਗਰਸ ਵੱਲ ਚੱਲ ਜਾਈਏ। ਉਹਦਾ ਨੁਕਸਾਨ ਉਹਨਾਂ ਦੇ ਆਪਣੇ ਬੰਦਿਆਂ ਨੇ ਕੀਤਾ ਤੇ ਹੁਣ ਉਹ ਪਾਰਟੀ ਡੈਮੇਜ ਕੰਟਰੋਲ ਦੇ ਵਿੱਚ ਲੱਗੀ ਹੈ ਕਿ ਕਿਸੇ ਤਰੀਕੇ ਢਾਂਚਾ ਭੰਗ ਕਰਕੇ ਨਵਾਂ ਢਾਂਚਾ ਉਸਾਰ ਕੇ ਲੋਕਾਂ ਵਿੱਚ ਗੁੱਡਵਿਲ ਹੈਗੀ ਇਹਦੇ, ਉਹਨਾਂ ਵਾਸਤੇ ਚੰਗੀ ਭਾਵਨਾ, ਪਰ ਲੀਡਰਸ਼ਿਪ ਜੇ ਭੱਠਾ ਬਿਠਾਊ ਬਣ ਜਾਵੇ, ਪੰਜਾਬ ਦੀ ਲੀਡਰਸ਼ਿਪ ਨਹੀਂ ਜਿਹੜੀ ਅੱਡੋ ਅੱਡ ਹਲਕਿਆਂ 'ਚ ਵਿਧਾਇਕਾਂ ਦੇ ਪੱਧਰ ਦੀ। ਪਿਛਲੀ ਵਾਰੀ ਜਿਹੜੇ 4 ਪਾਰਲੀਮੈਂਟ ਮੈਂਬਰ ਜਿੱਤੇ ਸਨ ਉਹਨਾਂ 4 ਦੇ ਵਿੱਚੋਂ ਇੱਕ ਜਣਾ ਤਾਂ ਛੇਤੀ ਪਾਰਟੀ ਛੱਡ ਗਿਆ ਜਾਂ ਪਾਰਟੀ ਨੇ ਕੱਢਤਾ, ਇੱਕ ਜਣਾ ਪਾਰਟੀ 'ਚ ਰਹਿੰਦਿਆਂ ਵੀ ਭਾਰਤੀ ਜਨਤਾ ਪਾਰਟੀ ਦੀ ਪਰੜੀ ਚੜ੍ਹਾ ਫਿਰਦਾ ਸੀ, ਜਿੱਥੇ ਭਾਜਪਾ ਦੇ ਮੰਤਰੀ ਜਾਂਦੇ ਉਹਨਾਂ ਦੇ ਜਹਾਜ਼ 'ਤੇ ਰਹਿੰਦਾ ਸੀ ਪੁਰਾਣੀਆਂ ਸਾਂਝਾਂ ਕਰਕੇ ਜੀ। ਤੇ ਇੱਕ ਹੋਰ ਸੀ ਜਿਹੜਾ ਸਰਗਰਮੀ ਘਟਾ ਗਿਆ ਤੇ ਉਹ ਫਰੀਦਕੋਟ ਦੇ ਵਿੱਚੋਂ ਨਹੀਂ ਨਿਕਲਦਾ, ਇਸ ਕਰਕੇ ਨੁਕਸਾਨ ਕਰਾ ਲਿਆ ਸੀ। ਹੁਣ ਉਹਨਾਂ ਦੇ ਤਜਰਬੇ ਤੋਂ ਸਿੱਖ ਕੇ ਵਿਧਾਇਕਾਂ ਨੂੰ ਤੁਰਨਾ ਚਾਹੀਦਾ ਸੀ, ਵਿਧਾਇਕ ਨਹੀਂ ਤੁਰ ਰਹੇ। ਜੇ ਉਹ ਵਿਧਾਇਕ ਨਾ ਤੁਰਨਗੇ ਤੇ ਲੋਕੀ ਵੱਧ ਵੋਟਾਂ ਕਿੱਦਾਂ ਪਾ ਦੇਣਗੇ ਜੀ। ਪਾਰਟੀ ਨੇ ਜਿਹੜਾ ਢਾਂਚਾ ਭੰਗ ਕੀਤਾ ਤੇ ਦੁਬਾਰਾ ਉਸਾਰਨ ਲੱਗੀ ਹੈ, ਇਹ ਕੋਸ਼ਿਸ਼ ਉਹਨਾਂ ਦੀ ਠੀਕ ਹੈ, ਪਰ ਇਹਨਾਂ ਨੂੰ ਕੰਮ ਬਹੁਤ ਕਰਨਾ ਪੈਣਾ, ਨਹੀਂ ਤਾਂ ਫਿਰ ਘਰ ਬੈਠੇ ਇਹ ਬੇਰੀ ਥੱਲੇ ਲੰਮੇ ਪਏ ਬੰਦੇ ਵਾਂਗ ਇਹ ਨਾ ਸੋਚਣ ਕਿ ਬੇਰ ਡਿੱਗਾ ਤੇ ਆਪਣੇ ਮੂੰਹ 'ਚ ਹੀ ਪੈਣਾ, ਬੇਰ ਚੁੱਕਣ ਤੇ ਆਪਣੇ ਮੂੰਹ 'ਚ ਪਾਉਣ ਵਾਸਤੇ ਖਿੱਚਲ ਵੀ ਕਰਨੀ ਪੈਣੀ ਆ ਜੀ। ਸ਼ਾਇਦ ਬੇਰ ਤੋੜਨ ਵਾਸਤੇ ਬੇਰੀ ਤੇ ਚੜ੍ਹਨਾ ਪੈਣਾ। ਅਕਾਲੀ ਦਲ ਦੀ ਆਪਾਂ ਗੱਲ ਕਰੀਏ, ਇਹਦੇ ਦੌਰਾਨ ਜਿਹੜੀ ਗੱਲ ਮੈਂ ਅਕਾਲੀ ਦਲ ਤੇ ਆਉਣ ਲੱਗਾ, ਅਕਾਲੀ ਦਲ ਕਿਸੇ ਵੇਲੇ 2017 ਦੀਆਂ ਚੋਣਾਂ ਤੋਂ ਬਾਅਦ ਬਿਲਕੁਲ ਮਰੀ ਪਈ ਪਾਰਟੀ ਸੀ ਜੀ। ਉਹਦੇ ਬਾਅਦ ਜਿਹੜਾ ਬਰਗਾੜੀ ਕਾਂਡ, ਬਹਿਬਲ ਕਲਾਂ ਕਾਂਡ, ਕੋਟਕਪੂਰਾ ਕਾਂਡ, ਇਹਨਾਂ ਦੀ ਪੜਤਾਲ ਜਿਉਂ-ਜਿਉਂ ਅੱਗੇ ਤੁਰੀ ਅਕਾਲੀ ਦਲ ਹੋਰ ਮਰਦਾ ਗਿਆ, ਇਹਦਾ ਨੁਕਸਾਨ ਹੁੰਦਾ ਗਿਆ। ਇਹ ਬੜੇ ਮਾਰ ਰੇਟ ਸੀ, ਇਹਨਾਂ ਦੇ ਅੰਦਰ ਪਾਟਕ ਵੀ ਪਿਆ, ਢੀਂਡਸਾ ਗਰੁੱਪ ਵੱਡ ਹੋਇਆ, ਟਕਸਾਲੀ ਅੱਡ ਹੋਏ, ਉਹਦਾ ਵੀ ਇਹਨਾਂ ਨੂੰ ਨੁਕਸਾਨ ਹੋਇਆ। ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਜਿਹੜਾ ਅਕਾਲੀ ਦਲ ਬਹੁਤ ਬੁਰੀ ਹਾਲਤ ਵਿੱਚ ਸੀ ਜੀ, ਪਿਛਲੇ ਦਿਨਾਂ 'ਚ ਇੱਕਦਮ ਉੱਠਿਆ। ਹੁਣ ਸ਼ਰਾਬ ਕਾਂਡ ਨੂੰ ਲੈ ਕੇ ਅਕਾਲੀ ਦਲ ਨੇ ਜਿੱਡੀ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ, ਇੱਥੇ ਚੱਲ ਜਾਓ, ਉੱਥੇ ਚੱਲ ਜਾਓ, ਉਹਨੂੰ ਫਲਾਣੇ ਮਿਲਣਾ, ਫਲਾਣੇ ਮਿਲਣਾ, ਧਰਨਾ ਮਾਰ ਦਿਓ, ਸਰਕਾਰ ਦੇ ਖਿਲਾਫ ਬਿਆਨਬਾਜ਼ੀ। ਉਹ ਸਾਰੀ ਬਿਆਨਬਾਜ਼ੀ ਜਿਹੜੀ ਆ ਬਾਕੀ ਦੀਆਂ ਸਾਰੀਆਂ ਪਾਰਟੀਆਂ ਤੋਂ ਅੱਗੇ ਲੈ ਕੇ ਜਾਂਦੇ ਨੇ ਜੀ। ਜਿਸ ਤਰ੍ਹਾਂ ਦੀ ਬਿਆਨਬਾਜ਼ੀ ਇਹ ਕਰਦੇ ਆ, ਉਹ ਹੁਣ ਸਿਮਰਜੀਤ ਸਿੰਘ ਬੈਂਸ ਨੇ ਆਖਿਆ, ਕਹਿੰਦਾ ਜੀ ਅਕਾਲੀਆਂ ਦੀ ਧਰਨੇਬਾਜ਼ੀ ਤੇ ਅਕਾਲੀਆਂ ਦੀ ਬਿਆਨਬਾਜ਼ੀ ਇਹ ਤਾਂ ਚੋਰ ਮਚਾਏ ਸ਼ੋਰ ਹੈ, ਤੇ ਤੁਸੀਂ ਕਹਿ ਦਿਓ ਜੀ। ਤੁਹਾਡੇ ਕਹਿਣ ਨੂੰ ਗੌਰ ਦੇ ਕਦੋਂ? ਉਹਨਾਂ ਨੂੰ ਪਹਿਲੀ ਵਾਰ ਕਿਸੇ ਨੇ ਚੋਰ ਨਹੀਂ ਆਖਣਾ ਤੇ ਪਹਿਲੀ ਵਾਰ ਸ਼ੋਰ ਨਹੀਂ ਮਚਾਉਣ ਲੱਗੇ ਜੀ। ਉਹਨਾਂ ਨੂੰ ਇਹ ਪਤਾ ਕਿ ਤੁਸੀਂ ਉਹਨਾਂ ਦੇ ਖਿਲਾਫ ਵੀ ਬੋਲਦੇ ਆ ਤੇ ਤਾਂ ਵੀ ਇੱਕ ਕਿਸਮ ਦਾ ਚਰਚਾ ਵਿੱਚ ਤੇ ਉਹੀ ਆਉਂਦੇ ਨੇ, ਇਸ ਕਰਕੇ ਅਕਾਲੀ ਪਾਰਟੀ ਲੱਗੀ ਹੈ। ਦੂਸਰਾ ਇਹ ਕਿ ਅਕਾਲੀ ਪਾਰਟੀ ਇਸ ਵੇਲੇ ਜਿਸ ਤਰ੍ਹਾਂ ਪਹਿਲਾਂ ਕਰਦੀ ਹੁੰਦੀ ਸੀ ਕਿ ਪੁਲਿਸ ਅਫਸਰਾਂ ਦੇ ਨਾਂ ਲੈ ਕੇ ਤੇ ਉਹਨਾਂ ਦੇ ਖਿਲਾਫ ਬੋਲਣਾ ਜੀ। ਡੀਜੀਪੀ ਪੰਜਾਬ ਦਾ ਜਿਹੜਾ ਪੁਲਿਸ ਦਾ ਮੁਖੀ ਉਹਦਾ ਨਾਂ ਲੈ ਕੇ ਉਹਦੇ ਖਿਲਾਫ ਬੋਲਣਾ, ਹੋਰ ਅਫਸਰਾਂ ਦੇ ਨਾਂ ਲੈ ਕੇ ਉਹਨਾਂ ਦੇ ਖਿਲਾਫ ਬੋਲਣਾ, ਉਹ ਸਭ ਸ਼ੁਰੂ ਹੋ ਗਿਆ। ਕੱਲ੍ਹ ਤਾਂ ਬਿਕਰਮ ਸਿੰਘ ਮਜੀਠੀਆ ਨੇ ਇੱਕ ਥਾਂ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਦੇ ਖਿਲਾਫ ਵੀ ਚੰਗਾ ਤਵਾ ਲਾਇਆ ਜੀ, ਔਰ ਇਹ ਵੀ ਦੱਸਿਆ ਕਿ ਤਰਨਤਾਰਨ 'ਚ ਸ਼ਰਾਬ ਕਾਂਡ ਹੋਇਆ ਇਹਦਾ ਕਰਕੇ ਹੋਇਆ, ਇਹ ਉਹਦੇ 'ਤੇ ਸਿੱਧਾ ਦੋਸ਼ ਲਾਤਾ। ਉਹਦਾ ਪੁਰਾਣਾ ਜਿਹੜਾ ਖੰਨੇ ਵਾਲਾ ਪਿਛੋਕੜ ਉਹ ਵੀ ਕੱਢ ਲਿਆ ਕਿ ਦੇਖੋ ਜੀ ਜਲੰਧਰ ਦੇ ਇੱਕ ਫਾਦਰ ਤੋਂ ਇੰਨੇ ਪੈਸੇ ਫੜੇ ਗਏ ਸੀ, ਉਹ ਸਾਰੀ ਕਹਾਣੀ ਜਿਹੜੀ ਇਸ ਵੇਲੇ ਦੱਬ ਚੁੱਕੀ ਹੈ ਜੀ ਜੀ। ਉਹ ਵੀ ਕੱਢ ਕੇ ਹੁਣ ਉਸ ਐਸਐਸਪੀ ਦਾ ਕਸੂਰ ਨਹੀਂ, ਕਸੂਰ ਸਾਨੂੰ ਤਾਂ ਪਤਾ ਨਹੀਂ, ਪਰ ਬਿਕਰਮ ਸਿੰਘ ਮਜੀਠੀਏ ਨੇ
ਜਿਹੜੀ ਲੋਕਾਂ ਦੀ ਦੁੱਖ ਦੀ ਰਗ ਨੱਪੀ ਹੈ ਜੀ ਕਿ ਜਿਹੜਾ ਬੰਦਾ ਪੁਲਿਸ ਦੇ ਖਿਲਾਫ ਬੋਲੇ ਉਹਨੂੰ ਪੰਜਾਬ ਦੇ ਲੋਕ ਚੁੱਕਦੇ ਨੇ। ਉਹ ਇਹਨੇ ਇਹ ਵੀ ਢੰਗ ਵਰਤ ਲਿਆ, ਇਹ ਸਾਰੇ ਢੰਗ ਵਰਤ ਲਿਆ। ਜਿਹੜੀ ਅਕਾਲੀ ਪਾਰਟੀ 'ਚ ਇਹ ਗੱਲ ਤੇ ਨੋਟ ਕੀਤੀ ਜਾ ਰਹੀ ਹੈ ਕਿ ਪਹਿਲਾਂ ਨਾਲੋਂ ਅਕਾਲੀ ਪਾਰਟੀ ਉੱਠ ਰਹੀ ਹੈ, ਅਜੇ ਉੱਠ ਕੇ ਬਾਕੀਆਂ ਦੇ ਬਰਾਬਰ ਨਹੀਂ ਆਈ, ਅਜੇ ਥੱਲੇ ਹੈ, ਪਰ ਉੱਠ ਤਾਂ ਰਹੀ ਹੈ। ਦੂਸਰੀ ਗੱਲ ਇਹ ਨੋਟ ਕਰਨ ਵਾਲੀ ਹੈ ਕਿ ਇਸ ਵੇਲੇ ਬਿਕਰਮ ਸਿੰਘ ਮਜੀਠੀਆ ਹੱਦ ਤੋਂ ਵੱਧ ਸਰਗਰਮੀ ਕਰ ਰਿਹਾ ਜੀ। ਇਹਦੇ ਵਿੱਚੋਂ ਕੁਝ ਲੋਕ ਇਹ ਵੀ ਹਿਸਾਬ ਲਾਉਂਦੇ ਆ ਕਿ ਸ਼ਾਇਦ ਬਿਕਰਮ ਸਿੰਘ ਮਜੀਠੀਆ ਭਵਿੱਖ ਦੇ ਅਕਾਲੀ ਦਲ ਦੇ ਲੀਡਰ ਦੇ ਤੌਰ ਤੇ ਸਾਹਮਣੇ ਆ ਰਿਹਾ ਜੀ। ਅਜੇ ਉਹ ਸਥਿਤੀ ਨਹੀਂ ਆਈ ਕਿ ਸੁਖਬੀਰ ਸਿੰਘ ਬਾਦਲ ਨੂੰ ਪਿੱਛੇ ਛੱਡ ਕੇ ਤੇ ਅੱਗੇ ਨਿਕਲ ਜਾਵੇਗਾ, ਪਰ ਉਹ ਅਕਾਲੀ ਦਲ ਦੇ ਅੰਦਰ ਦੀ ਗੱਲ ਹੈ। ਜਿਹੜੀ ਨੋਟ ਕਰਨ ਵਾਲੀ ਗੱਲ ਉਹ ਹੈ ਕਿ ਇਸ ਸ਼ਰਾਬ ਕਾਂਡ ਨੇ ਬਿਲਕੁਲ ਦਿਲ ਛੱਡੀ ਬੈਠੇ ਅਕਾਲੀ ਵਰਕਰਾਂ ਨੂੰ ਇੱਕ ਵਾਰੀ ਫਿਰ ਸਾਹਮਣੇ ਲਿਆਂਦਾ। ਉਹ ਫਿਰ ਧਰਨਿਆਂ, ਜਲਸਿਆਂ, ਮੁਜ਼ਾਹਰਿਆਂ, ਨਾਅਰੇਬਾਜ਼ੀ, ਇਹਦੇ ਬਹਾਨੇ ਇੱਕ ਵਾਰੀ ਮੈਦਾਨ 'ਚ ਨਿਕਲ ਆਏ ਆ, ਲੋਕਾਂ ਤੱਕ ਵੀ ਚਲੇ ਗਏ। ਲੋਕਾਂ ਨੂੰ ਕੋਈ ਇਹੋ ਜਿਹਾ ਲੀਡਰ ਚਾਹੀਦਾ ਹੁੰਦਾ ਜਿਹੜਾ ਮੌਕੇ ਦੀ ਸਰਕਾਰ ਦੇ ਖਿਲਾਫ ਬੋਲ ਸਕੇ, ਮੌਕੇ ਦੇ ਪ੍ਰਸ਼ਾਸਨ ਪੁਲਿਸ ਦੇ ਖਿਲਾਫ ਬੋਲ ਸਕੇ। ਉਹ ਕੰਮ ਇਹਨਾਂ ਨੇ ਸ਼ੁਰੂ ਕਰ ਲਿਆ। ਇਹਦੇ ਤੋਂ ਲੱਗਦਾ ਕਿ ਅਜੇ ਇਹ ਕਹਿਣਾ ਬਹੁਤ ਔਖਾ ਕਿ ਪੌਣੇ 2 ਸਾਲਾਂ ਤੱਕ ਜਦੋਂ ਚੋਣਾਂ ਹੋਣੀਆਂ ਉਦੋਂ ਤੱਕ ਅਕਾਲੀ ਦਲ ਆਪਣੀ ਪੋਜੀਸ਼ਨ ਨਹੀਂ ਸੁਧਾਰ ਲੂ। ਜੇ ਭਲਕ ਨੂੰ ਵੀ ਬਰਗਾੜੀ ਕਾਂਡ ਦੀ ਫਾਈਲ ਪੇਸ਼ ਹੋ ਗਈ, ਇਹਨਾਂ ਦੇ ਖਿਲਾਫ ਕਿਸੇ ਕਿਸਮ ਦਾ ਕੋਈ ਵਰਡਿਕਟ ਆ ਗਿਆ, ਕੋਈ ਫੈਸਲਾ ਆ ਗਿਆ ਤੇ ਨੁਕਸਾਨ ਵੀ ਹੋ ਸਕਦਾ। ਪਰ ਹਾਲ ਦੀ ਘੜੀ ਇਹ ਪ੍ਰਭਾਵ ਬਣ ਗਿਆ ਕਿ ਅੱਗੇ ਨਾਲੋਂ ਉੱਠ ਰਿਹਾ। ਭੁਪਿੰਦਰ ਸਾਹਿਬ, ਜਿਹੜਾ ਸ਼ਰਾਬ ਕਾਂਡ ਚੁੱਕੇ ਜਾਣ ਦਾ ਕਾਰਨ ਇਹ ਵੀ ਨਹੀਂ ਲੱਗਦਾ ਤੁਹਾਨੂੰ ਕਿ ਕਿਉਂਕਿ ਜਦੋਂ ਮੁੱਖ ਮੰਤਰੀ ਸਾਹਿਬ ਨੇ ਕੁਰਸੀ ਸੰਭਾਲੀ ਸੀ ਤੇ ਉਦੋਂ ਜਿਹੜਾ ਸਹੁੰ ਵਾਲਾ ਐਪੀਸੋਡ ਸੀਗਾ ਉਹ ਬੜਾ ਚਰਚਾ ਸੀਗਾ ਤੇ ਇੱਦਾਂ ਸੀ ਵੀ ਆਪਾਂ ਨਸ਼ੇ ਵਾਲੇ ਸਾਰੇ ਠੋਕ ਦੇਣੇ ਆ ਤੇ ਅਖੀਰ ਅਕਾਲੀ ਪਾਰਟੀ ਇੱਥੇ ਕਹਿਣ ਲੱਗ ਪਈ ਵੀ ਜੇ ਅਸੀਂ ਕੀਤਾ ਕੁਝ ਤਾਂ ਸਾਨੂੰ ਅੰਦਰ ਦਿਓ। ਤੇ ਇੰਨਾ ਚਿਰ ਲੰਘਣ ਤੋਂ ਬਾਅਦ ਜਦੋਂ ਕੋਈ ਕਸੂਰਵਾਰ ਸਾਹਮਣੇ ਆਇਆ ਨਹੀਂ ਤੇ ਫਿਰ ਲੋਕਾਂ ਨੂੰ ਤੇ ਕਨਫਿਊਜ਼ਨ ਹੋ ਹੀ ਜਾਂਦੀ ਨਾ ਵੀ ਸ਼ਾਇਦ ਉਹ ਪ੍ਰੋਪੇਗੰਡਾ ਹੀ ਨਾ ਹੋਵੇ ਪਹਿਲਾਂ ਵਾਲਾ। ਇਹ ਤਾਂ ਕੱਲ੍ਹ ਨੂੰ ਜੇ ਫਰਜ਼ ਕੋ ਅਕਾਲੀਆਂ ਦੀ ਸਰਕਾਰ ਆ ਜਾਏ ਜੀ ਤੇ ਜਿਹੜੇ ਕਾਂਗਰਸ ਦੇ 4 ਵਿਧਾਇਕਾਂ ਦੇ ਨਾਂ ਹੋਣ ਲੱਗਦੇ ਆ, ਇਹ ਵੀ ਕਹਿਣਗੇ ਅਸੀਂ ਕੀਤਾ ਤੇ ਸਾਨੂੰ ਅੰਦਰ ਦਿਓ ਜੀ। ਇਹ ਤਾਂ ਚੱਲਦਾ ਹੁੰਦਾ। ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਜਿੱਡਾ ਵੱਡਾ ਦਾਅਵਾ ਕੀਤਾ ਕਿ ਮੈਂ ਇੰਨੇ ਸਮੇਂ 'ਚ ਮੈਂ ਸਹੁੰ ਖਾ ਕੇ ਕਿੰਨਾ ਨਸ਼ਾ ਰੋਕ ਦੂੰ ਜੀ। ਅਸੀਂ ਉਦੋਂ ਵੀ ਕਹਿੰਦੇ ਸੀ ਇੰਨੇ ਸਮੇਂ 'ਚ ਰੋਕਿਆ ਨਹੀਂ ਜਾਣਾ, ਸਹੁੰ ਨਾ ਖਾਧੀਆਂ ਦੀ ਚੰਗਾ ਸੀ ਜੀ। ਇਹ ਸਹੁੰ ਖਾਣ ਦੇ ਬਜਾਏ ਉੱਦਾਂ ਕਹਿਣਾ ਚਾਹੀਦਾ ਸੀ। ਉਹਨੇ ਕੁਛ ਹੱਦ ਤੱਕ ਰੋਕਿਆ ਵੀ, ਇਹ ਨਹੀਂ ਕਿ ਬਿਲਕੁਲ ਨਹੀਂ ਰੋਕਿਆ, ਪਰ ਥੋੜ੍ਹੇ ਚਿਰ ਬਾਅਦ ਇੱਕਦਮ ਉਹੀ ਬੰਦੇ ਜਿਹੜੇ ਆ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਥੱਲੇ ਕੁਝ ਪੁਲਿਸ ਅਫਸਰਾਂ ਨਾਲ, ਕੁਝ ਵਿਧਾਇਕਾਂ ਨਾਲ ਜੀ, ਦੋਵਾਂ ਪੁਲਿਸ ਅਫਸਰ ਤਾਂ ਬਹੁਤ ਸਾਰੇ ਪਹਿਲਾਂ ਦੇ ਅਕਾਲੀ ਰਾਜ ਵੇਲੇ ਦੇ ਇਹਦੇ ਨਾਲ ਸਾਂਝਾ ਰੱਖੀ ਬੈਠੇ ਸੀ, ਪਰ ਜਿਹੜੇ ਵਿਧਾਇਕ ਸਨ ਕਾਂਗਰਸ ਦੇ, ਜਿਹੜੇ ਅਜੇ ਤੱਕ ਇਸ ਕਮਾਈ ਤੋਂ ਪਾਸੇ ਸਨ ਜੀ, ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਆਹ ਕਮਾਈ ਬੜੀ ਸੌਖੀ ਹੁੰਦੀ ਹੈ, ਉਹ ਉਸ ਕਮਾਈ ਦੇ ਨਾਲ ਜੁੜ ਗਏ ਔਰ ਮੋਟੀ ਕਮਾਈ ਕਰਨ ਲੱਗ ਪਏ ਨੇ। ਉਹਨਾਂ 'ਚੋਂ ਕੋਈ ਵੀ ਇਸ ਵੇਲੇ ਮਤਲਬ ਜਿਨ੍ਹਾਂ ਦੇ ਨਾਂ ਆਉਂਦੇ ਆ ਕੋਈ ਸ਼ਰਮ ਨਹੀਂ ਕਰ ਰਿਹਾ। ਅਸੀਂ ਜਿਹੜੀ ਗੱਲ ਜਿਸ ਦਿਨ ਸ਼ਰਾਬ ਕਾਂਡ ਤਰਨਤਾਰਨ 'ਚ ਹੋਇਆ, ਮੈਂ ਉਸੇ ਦਿਨ ਆਖਿਆ ਸੀ ਜੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਇਸ ਵੇਲੇ 80 ਵਿਧਾਇਕ ਨੇ। 80 MLA ਦੇ ਵਿੱਚੋਂ ਜੇ 4 ਜਣੇ ਵੀ ਝਾੜ ਦਿੱਤੇ ਜਾਣ ਤੇ ਸਰਕਾਰ ਦਾ ਅਕਸ ਵੱਜ ਜੂ ਜੀ। ਕਿਸੇ ਨੇ ਬਾਹਰੋਂ ਜਾ ਕੇ ਤਾਂ ਨਹੀਂ ਆਖਣਾ ਕਿ ਤੁਸੀਂ ਕਰੋ, ਬਿਲਕੁਲ ਸਹੀ। ਜੇ 4 ਵੀ ਝਾੜ ਦਿੱਤੇ ਜਾਣ, 2 ਵੀ ਝਾੜ ਦਿੱਤੇ ਜਾਣ, ਪਰ ਉਹਨਾਂ ਨੇ ਨਹੀਂ ਕੀਤਾ। ਜੋ ਨਹੀਂ ਕਰਦੇ ਤੇ ਇਸ ਗੱਲ ਨੂੰ ਦੂਸਰੇ ਵਰਤ ਰਹੇ। ਔਰ ਇਹ ਗੱਲ ਇਕੱਲੇ 2-4 ਦੀ ਨਹੀਂ ਗੀ, ਸਾਨੂੰ ਪਤਾ ਲੱਗਦਾ ਜਲੰਧਰ 'ਚ ਕੀ ਹੈ, ਸਾਨੂੰ ਪਤਾ ਲੱਗਦਾ ਲੁਧਿਆਣੇ 'ਚ ਕੀ ਹੈ, ਅੱਡ-ਅੱਡ ਥਾਵਾਂ ਤੋਂ ਸਾਡੇ ਕੋਲ ਖਬਰਾਂ ਆਉਂਦੀਆਂ ਨੇ। ਇੱਕ ਬਾਜ਼ਾਰ ਦੇ ਵਿੱਚ 40-40 ਦੁਕਾਨਾਂ ਜਿਹੜੀਆਂ ਉਹ ਸੱਟਾ ਵੀ ਲਾਉਂਦੀਆਂ ਨੇ ਤੇ ਉੱਥੇ ਦੂਸਰਾ ਮਾਲ ਵੀ ਵਿਕਦਾ, ਤੇ ਉਹਨਾਂ ਸਾਰਿਆਂ ਦੇ ਨਾਲ ਠੇਕਾ ਇਹ ਹੈ ਕਿ ਬਹੁਤੀ ਵੱਡੀ ਕਮਾਈ ਨਹੀਂ ਕਰਨੀ, ਤੁਸੀਂ 30-30 ਹਜ਼ਾਰ ਰੁਪਇਆ ਮਹੀਨਾ ਦੇ ਦਿਓ ਜੀ। ਜੇ 40 ਦੁਕਾਨਾਂ 30-30 ਹਜ਼ਾਰ ਰੁਪਇਆ ਮਹੀਨਾ ਦੇਣ ਤੇ ਕਿੰਨਾ ਬਣ ਜਾਂਦਾ? 12 ਲੱਖ ਜੀ। ਤੇ ਉਹ ਇੱਕ ਬਾਜ਼ਾਰ ਦੇ ਵਿੱਚ ਹੋਣ ਤੇ ਇੱਕ ਸ਼ਹਿਰ ਦੇ ਵਿੱਚੋਂ ਕਿੰਨੀ ਕਮਾਈ ਹੁੰਦੀ ਹੋਵੇਗੀ? ਉਹ ਬੜੇ ਆਰਾਮ ਨਾਲ। ਔਰ ਉਹ ਦੁਕਾਨਦਾਰ ਇਹ ਸਮਝਿਆ ਕਿ ਜੇ 30,000 ਦੇ ਕੇ ਤੇ 60,000 ਅਸੀਂ ਕਮਾ ਲੈਣਾ ਜੀ। ਲੋਕੀ ਮਰਦੇ ਮਰ ਜਾਣ, ਪਰਵਾਹ ਨਹੀਂ ਜੀ। ਇਹ ਸਾਰੀਆਂ ਗੱਲਾਂ ਜੇ ਚੰਡੀਗੜ੍ਹ ਨਹੀਂ ਜਾਂਦੀਆਂ ਕੈਪਟਨ ਅਮਰਿੰਦਰ ਸਿੰਘ ਤੱਕ ਤੇ ਇਹ ਸਰਕਾਰ ਦੀ ਕਮਜ਼ੋਰੀ। ਸਰਕਾਰ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਕਰਦੀਆਂ ਕਿ ਦੱਸਣ ਆਪਣੇ ਮੁੱਖ ਮੰਤਰੀ ਨੂੰ। ਬਿਲਕੁਲ ਸਹੀ। ਇਹ ਹਾਲਤ ਜਿਹੜੀ ਆ ਪੈਰੋ ਪੈਰ ਉਹਨਾਂ ਦੇ ਖਿਲਾਫ ਜਾ ਰਹੀ ਹੈ। ਉਹਨਾਂ ਨੂੰ ਇਹ ਸਾਰੀ ਸੰਭਾਲਣੀ ਚਾਹੀਦੀ ਹੈ, ਨਹੀਂ ਤਾਂ ਫਿਰ ਸੰਭਾਲਣ ਵਾਲੇ ਆ ਕੇ ਸੰਭਾਲ ਲੈਣਗੇ। ਔਰ ਇਹ ਨਹੀਂ ਕਿ ਉਹ ਆ ਕੇ ਨਸ਼ਾ ਰੋਕ ਦੇਣਗੇ, ਸੰਭਾਲ ਲੈਣਗੇ ਦਾ ਮਤਲਬ ਕੁਰਸੀ ਤੁਹਾਡੇ ਵਾਲਾ ਚਾਰ ਜੋ ਸੰਭਾਲ ਲੈਣਗੇ। ਅਜੇ ਸਾਹਿਬ ਇੱਕ ਗੱਲ ਮੈਂ ਕਰਕੇ ਫਿਰ ਆਪਾਂ ਅਗਲੀਆਂ ਖਬਰਾਂ ਲਵਾਦੇ ਵੀ ਅਕਾਲੀ ਦਲ ਜੇ ਉੱਭਰ ਰਿਹਾ, ਮੰਨ ਲਓ ਤੁਹਾਨੂੰ ਲੱਗਦਾ ਕਿ ਹੁਣ ਉਭਾਰ 'ਚ ਆ, ਤਾਂ ਜਿਹੜਾ ਇੱਕ ਧੜਾ ਉਹਨਾਂ ਤੋਂ ਟੁੱਟ ਕੇ ਢੀਂਡਸਾ ਹੋਰਾਂ ਦਾ ਵੱਖ ਹੋਇਆ, ਜਾਂ ਕਹਿ ਲਓ ਕਿ ਉੱਧਰ ਪਹਿਲਾਂ ਬ੍ਰਹਮਪੁਰਾ ਸਾਹਿਬ ਵੀ ਵੱਖ ਹੋਏ ਸੀ, ਉਹਨਾਂ ਦਾ ਵੀ ਕੋਈ ਪ੍ਰਭਾਵ ਰਹੂਗਾ ਕਿ ਜਾਂ ਫਿਰ ਇਹ ਜਿਹੜੀਆਂ ਸਾਰੀਆਂ ਨਦੀਆਂ ਮਿਲ ਕੇ ਤੇ ਅਖੀਰ ਸਮੁੰਦਰ 'ਚ ਹੀ ਪੈ ਜਾਣਗੀਆਂ? ਨਹੀਂ, ਦੇਖੋ ਅਗਲੀਆਂ ਚੋਣਾਂ 'ਚ ਅਕਾਲੀ ਦਲ ਤਾਂ ਇੱਕੋ ਹੀ ਹੋਣਾ ਜੀ। ਪਿਛਲਾ ਤਜਰਬਾ ਇਹ ਹੈ ਕਿ ਅਕਾਲੀ ਵਰਕਰ ਤੇ ਜਥੇਦਾਰ ਦੋ ਚਿੱਤੀ ਵਿੱਚ ਰਹਿੰਦੇ ਆ। ਜਦੋਂ ਚੋਣਾਂ ਨੇੜੇ ਆਉਂਦੀਆਂ ਇੱਕਦਮ ਕਤਾਰਬੰਦੀ ਹੁੰਦੀ ਹੈ, 2, 3, 5 ਜਿੰਨੇ ਮਰਜ਼ੀ ਅਕਾਲੀ ਦਲ ਹੋਣ, ਕਿਸੇ ਇੱਕ ਦੇ ਮਗਰ ਸਾਰੇ ਇਕੱਠੇ ਹੁੰਦੇ ਆ ਜੀ। 1999 'ਚ ਜੇਲ੍ਹ 'ਚ ਬੈਠੇ ਸਿਮਰਜੀਤ ਸਿੰਘ ਮਾਨ ਦੇ ਮਗਰ ਇਕੱਠੇ ਹੋ ਗਏ ਸੀ। 1997 'ਚ ਕਿੰਨੇ ਸਾਰੇ ਅਕਾਲੀ ਦਲ ਸੀ,
ਸਾਰੇ ਬਾਦਲ ਦੇ ਮਗਰ ਇਕੱਠੇ ਹੋ ਗਏ ਸੀ। ਟੌੜਾ ਨਾਲ ਸੀ ਪਰ ਟੌੜੇ ਮਗਰ ਨਹੀਂ ਸੀ, ਬਾਦਲ ਦੇ ਮਗਰ ਇਕੱਠੇ ਹੋਏ ਸੀ। ਅੱਛਾ, ਇਸ ਤਰ੍ਹਾਂ ਹੀ ਹੁਣ ਵੀ ਇਹ ਅਗਲੀ ਵਾਰੀ ਇਹ ਨਹੀਂ ਪਤਾ ਢੀਂਡਸੇ ਮਗਰ ਇਕੱਠੇ ਹੋਣ ਕਿ ਇਹਨਾਂ ਦੇ ਮਗਰ ਹੋਣ, ਅਜੇ ਇਹ ਕਹਿਣਾ ਬਹੁਤ ਔਖਾ, ਕਿਉਂਕਿ ਉਹਨਾਂ ਦੇ ਟੈਂਪੂ 'ਚ ਵੀ ਹਵਾ ਭਰ ਰਹੀ ਹੈ। ਲਗਾਤਾਰ ਉਹਨਾਂ ਨਾਲ ਵੀ ਇੱਕ ਦੋ ਕਰਕੇ ਬੰਦੇ ਜੁੜ ਰਹੇ, ਤੇ ਉਹ ਜਿਹੜੇ ਜੁੜ ਰਹੇ ਇੱਧਰੋਂ ਟੁੱਟ ਕੇ ਜਾ ਰਹੇ, ਉਹ ਜਾ ਰਹੇ ਵਾਪਸ ਆਉਂਦੇ ਆ ਕਿ ਇਹਨਾਂ ਦੇ ਵਿੱਚੋਂ ਵੀ ਕੁੰਡੀ ਪਾ ਕੇ ਹੋਰਾਂ ਨੂੰ ਲੈ ਜਾਂਦੇ, ਤੇ ਕਿਸੇ ਨੂੰ ਪਤਾ ਨਹੀਂ ਨਾ ਜੀ। ਸੋ ਉਹਨਾਂ ਦੀ ਵੀ ਅਜੇ ਹਵਾ ਨਹੀਂ ਨਿਕਲੀ, ਉਹ ਅਜੇ ਕਾਇਮ ਨੇ ਔਰ ਉਹ ਬਰਾਬਰ ਦੀ ਧਿਰ ਆ। ਪਰ ਆਹ ਜਿਹੜੀ ਸਰਗਰਮੀ ਇਹਨਾਂ ਨੇ ਸ਼ੁਰੂ ਕੀਤੀ ਹੈ, ਇਸ ਤਰ੍ਹਾਂ ਦੀ ਸਰਗਰਮੀ ਦੇ ਵਿੱਚ ਢੀਂਡਸਾ ਗਰੁੱਪ ਅਜੇ ਤੱਕ ਚੁੱਪ ਹੈ। ਜੇ ਢੀਂਡਸਾ ਗਰੁੱਪ ਇਸ ਸਰਗਰਮੀ 'ਚ ਸ਼ਾਮਲ ਹੋਇਆ ਹੁੰਦਾ ਫਿਰ ਪਤਾ ਲੱਗਦਾ ਇਹਨਾਂ ਦੇ ਇਕੱਠ ਵਧਿਆ ਕਿ ਉਹਨਾਂ ਦੇ ਵਧਿਆ। ਅਜੇ ਚੁੱਪ ਚਪੀਤੀ ਸਰਗਰਮੀ ਉਹਨਾਂ ਦੀ ਅੰਦਰੇ ਅੰਦਰ। ਕੱਲ੍ਹ ਨੂੰ ਫਿਰ ਕਿਸੇ ਥਾਂ ਦੇ ਉੱਤੇ ਅਚਾਨਕ ਜੇ ਜਾ ਕੇ ਦੋ ਬੰਦੇ ਤੋੜ ਕੇ ਰਲਾ ਲੈਣ, ਪਰਸਨ ਨੂੰ ਹੋਰ ਲਾ ਲੈਣ, ਫਿਰ ਇਹਨਾਂ ਦੇ ਧਰਨੇ ਲਾਏ ਵੀ ਠੁੱਸ ਹੋ ਜਾਣਗੇ। ਪਰ ਜੇ ਇਹ ਆ ਕਿ ਉਹ ਅਗਲੇ ਇੱਕ ਹਫ਼ਤੇ 'ਚ ਕੁਛ ਨਾ ਕਰ ਸਕਣ ਜੀ, ਤੇ ਇਹਨਾਂ ਨੇ ਇਹੋ ਸਰਗਰਮੀ ਹੋਰ ਵਧਾ ਲਈ, ਫਿਰ ਉਹਨਾਂ ਨੂੰ ਮਾਰ ਪੈ ਸਕਦੀ। ਬਿਲਕੁਲ ਸਹੀ। ਮਤਲਬ ਆਪਾਂ ਬੈਂਗਲੌਰ ਚਲੀਏ ਜੀ, ਉੱਥੇ ਜਿਹੜੀ ਘਟਨਾ ਵਾਪਰੀ ਆ ਸੋਸ਼ਲ ਮੀਡੀਆ ਦੀ ਇੱਕ ਪੋਸਟ ਤੋਂ, ਪਹਿਲਾਂ ਤਾਂ ਉਹ ਸਮਝਾਓ ਕਿ ਉਹ ਕੀ ਆ, ਤੇ ਉਹਦੇ 'ਚ ਕੋਈ ਸਿਆਸਤ ਜਾਪਦੀ ਆ ਜਾਂ ਫਿਰ ਜਿਹੜਾ ਪਹਿਲਾਂ ਦਾ ਹੀ ਟਰੈਂਡ ਚੱਲ ਪਿਆ ਕਿ ਕਿਸੇ ਦਾ ਮੂੰਹ ਨਹੀਂ ਫੜਿਆ ਜਾ ਸਕਦਾ, ਉਹ ਕੰਮ ਆ? ਦੇਖੋ, ਉੱਥੇ ਕਾਂਗਰਸੀ ਐਮਐਲਏ ਆ, ਹਿੰਦੂ ਹੈ ਜੀ, ਉਹਦੇ ਭਾਣਜੇ ਨੇ ਇੱਕ ਪੋਸਟ ਪਾਈ ਹੈ। ਉਸ ਭਾਣਜੇ ਦੀ ਪੋਸਟ ਕਹਿੰਦੇ ਆ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ ਜੀ। ਇਹਦੇ ਤੋਂ ਮੁਸਲਮਾਨ ਭਾਈਚਾਰਾ ਭੜਕਿਆ, ਦੰਗਾ ਫਸਾਦ ਹੋਇਆ। ਹੁਣ ਜੋ ਕੁਛ ਦੱਸਿਆ ਜਾ ਰਿਹਾ ਉਹਦੇ ਤੋਂ ਤਾਂ ਲੱਗਦਾ ਜੇ ਇਹੋ ਗੱਲ ਕਹੇ ਬੀਜੇਪੀ ਦੇ ਐਮਐਲਏ ਦੀ ਹੁੰਦੀ ਫਿਰ ਕਾਂਗਰਸੀਆਂ ਨੇ ਮੁੱਦਾ ਬਹੁਤ ਚੁੱਕਣਾ ਸੀ ਜੀ। ਹੁਣ ਕਾਂਗਰਸੀਆਂ ਨੂੰ ਚਾਹੀਦਾ ਇਹ ਸੀ ਕਿ ਕੱਲ੍ਹ ਰਾਤ ਹੀ ਜਦੋਂ ਇਹ ਖਬਰ ਆਈ ਹੈ, ਜਾਂ ਤਾਂ ਆਪਣੇ ਐਮਐਲਏ ਨੂੰ ਪਾਰਟੀ ਚੋਂ ਕੱਢ ਦਿੰਦੇ ਵੀ ਤੁਸੀਂ ਆ ਕੀ ਕੀਤਾ, ਤੁਹਾਨੂੰ ਕੀ ਨਹੀਂ ਆਖਿਆ ਸੀ ਇਹ ਗੱਲ ਕਰਨ, ਜਾਂ ਉਹਨੂੰ ਕਹਿੰਦੇ ਤੂੰ ਆਪਣੇ ਪਰਿਵਾਰ ਨਾਲ ਤੋੜ ਵਿਛੋੜਾ ਕਰ। ਜਿਹੜਾ ਪਰਿਵਾਰ ਇਹੋ ਜਿਹੀ ਬਦਤਮੀਜ਼ੀ ਕਰਕੇ ਤੈਨੂੰ ਫਸਾ ਦਿੰਦਾ ਜੀ, ਤੇਰੇ ਘਰ ਦੇ ਉੱਤੇ ਵੀ ਪੱਥਰ ਚੱਲਦੇ ਆ, ਸ਼ਹਿਰ 'ਚ ਸਾੜ ਫੂਕ ਹੁੰਦੀ ਹੈ, ਪੁਲਿਸ ਗੋਲੀ ਚਲਾਉਂਦੀ ਹੈ, 3 ਬੰਦੇ ਮਰ ਗਏ, ਪਤਾ ਨਹੀਂ ਕਿੰਨੀਆਂ ਗੱਡੀਆਂ ਸੜ ਗਈਆਂ ਜੀ। ਸਾਰਾ ਪੌੜਾ ਕਿਉਂ ਪਾਇਆ ਗਿਆ? ਇਹਦੇ 'ਚ ਉਸ ਕਾਂਗਰਸੀ ਐਮਐਲਏ ਦਾ ਵੀ ਕਸੂਰ ਹੈ ਕਿ ਉਹਨੇ ਵੇਲੇ ਸਿਰ ਇਸ ਸਥਿਤੀ ਨੂੰ ਨਹੀਂ ਸੰਭਾਲਿਆ। ਕਾਂਗਰਸ ਪਾਰਟੀ ਦਾ ਵੀ ਕਸੂਰ ਹੈ ਕਿ ਇਹ ਵੇਲੇ ਸਿਰ ਕੋਈ ਸਟੈਂਡ ਲੈਣ ਤੋਂ ਕੋਤਾਹੀ ਕਰ ਗਏ ਨੇ ਜੀ। ਹੁਣ ਉੱਥੇ ਜਿਹੜੀ ਸਥਿਤੀ ਆ, ਕਿਉਂਕਿ ਭਾਜਪਾ ਦਾ ਮੁੱਖ ਮੰਤਰੀ ਯਦੂਰੱਪਾ ਉੱਥੇ, ਉਹ ਆਪੇ ਸੰਭਾਲ ਵੀ ਲੈਣਗੇ, ਪਰ ਸੰਭਾਲਣ ਦੇ ਨਾਲ ਨਾਲ ਇਹ ਸਾਰੀ ਸਥਿਤੀ ਨੂੰ ਕਾਂਗਰਸ ਦੇ ਖਿਲਾਫ ਵੀ ਵਰਤਣਗੇ ਔਰ ਕਾਂਗਰਸ ਵਾਲੇ ਉੱਥੇ ਮਾਰ ਖਾਣਗੇ। ਜੇ ਆਪਣੇ ਬੰਦਿਆਂ ਦੀ ਜ਼ਬਾਨ ਨਹੀਂ ਰੋਕ ਸਕਦੇ, ਜੇ ਆਪਣੇ ਬੰਦਿਆਂ ਦੀ ਕਲਮ ਨਹੀਂ ਰੋਕ ਸਕਦੇ, ਉਹਨਾਂ ਦਾ ਜਿਹੜਾ ਟਵਿੱਟਰ ਦਾ ਚਸਕਾ, ਫੇਸਬੁੱਕ ਦਾ ਚਸਕਾ, ਇਸ ਚਸਕੇ ਨੂੰ ਬ੍ਰੇਕ ਨਹੀਂ ਲਾ ਸਕਦੇ ਤੇ ਮਾਰ ਖਾਣਗੇ, ਬਚਾਵੇਗਾ ਉਹਨਾਂ ਕੋਲ। ਬਿਲਕੁਲ ਸਹੀ। ਪਰ ਇਹ ਇੱਦਾਂ ਨਹੀਂ ਲੱਗਦਾ ਪੰਨ ਸਾਹਿਬ ਕਿ ਹੁਣ ਤੱਕ ਤੇ ਇਹੋ ਜਿਹੀਆਂ ਚੀਜ਼ਾਂ ਆਪਾਂ ਭਾਜਪਾ ਵਾਲੇ ਪਾਸਿਓਂ ਸੁਣਦੇ ਸੀ, ਕਿਤੇ ਇਹ ਤਾਂ ਨਹੀਂ ਕਿ ਕਾਂਗਰਸ ਨੇ ਵੀ ਸੋਚਿਆ ਹੋਵੇ ਵੀ ਯਾਰ ਇਸ ਕੰਮ ਨਾਲ ਜੇ ਭਾਜਪਾ ਰਾਜ ਕਰ ਸਕਦੀ ਤੇ ਆਪਾਂ ਵੀ? ਨਹੀਂ, ਇਹਦੇ 'ਚ ਕਾਂਗਰਸ ਪਾਰਟੀ ਦਾ ਕੋਈ ਰੋਲ ਨਹੀਂਗਾ ਜੀ। ਉਧਰਲੇ ਪਾਸੇ ਤਾਂ ਭਾਜਪਾ ਦੇ ਲੀਡਰ ਜਿਹੜੇ ਆ ਉੱਪਰੋਂ ਜਿਹੜੀ ਲਾਈਨ ਆਉਂਦੀ ਉਹਦੇ ਮੁਤਾਬਕ ਚੱਲਦੇ ਆ ਜੀ। ਇੱਥੇ ਕਾਂਗਰਸ ਹੁਣ ਤੱਕ ਤੇ ਦੋਸ਼ ਲੱਗਦਾ ਕਿ ਇਹ ਮੁਸਲਮਾਨਾਂ ਨੂੰ ਪਤਿਆਉਂਦੀ ਹੈ ਜੀ, ਤੇ ਰਾਤੋਂ ਰਾਤ ਕਾਂਗਰਸ ਪਾਰਟੀ ਦੀ ਪਾਲਿਸੀ 'ਚ ਇੰਨਾ ਚੇਂਜ ਤਾਂ ਨਹੀਂ ਹੋ ਸਕਦੀ, ਇੰਨੀ ਤਬਦੀਲੀ ਨਹੀਂ ਆ ਸਕਦੀ ਕਿ ਆਪਣੇ ਬੰਦੇ ਨੂੰ ਕਹੇ ਤੂੰ ਇਹੋ ਜਿਹੀ ਪੋਸਟ ਪਾ। ਚਰਚਾ ਤੇ ਇਹ ਵੀ ਹੋਣ ਰਹੀ ਹੈ ਕਿ ਐਮਐਲਏ ਦਾ ਫੋਨ ਵਰਤਿਆ ਤੇ ਭਾਣਜੇ ਨੇ ਕੀਤੀ ਹੈ। ਐਮਐਲਏ ਦੇ ਫੋਨ ਤੋਂ ਕੀਤੀ ਹੈ ਕਿ ਕਿਸੇ ਹੋਰ ਤੋਂ ਕੀਤੀ ਹੈ, ਉਹਨੂੰ ਤਾਂ ਛੱਡ ਦਿਓ ਜੀ। ਸਵਾਲ ਇਹ ਹੈ ਕਿ ਉਹਦੇ ਭਾਣਜੇ ਨੇ ਕੀਤੀ, ਉਹਨਾਂ ਦੇ ਪਰਿਵਾਰ 'ਚ ਹੋਈ ਆ, ਉਹਦਾ ਕਰਕੇ ਨਾ ਉਹਦਾ ਲੱਗਦਾ ਪਿਆ, ਔਰ ਉਹ ਭਾਣਜਾ ਜੋ ਰਾਤ ਦਿਨ ਉਸੇ ਕੋਲ ਰਹਿੰਦਾ, ਤੇ ਉਹ ਸਾਰੀ ਦੀ ਸਾਰੀ ਕਹਾਣੀ 'ਚ ਐਮਐਲਏ ਨੂੰ ਖੜੇ ਪੈਰ ਉਸ ਵੇਲੇ ਬਿਆਨ ਦੇਣਾ ਚਾਹੀਦਾ ਸੀ ਕਿ ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ। ਬਿਲਕੁਲ, ਉਹਨੇ ਬਿਆਨ ਨਹੀਂ ਦਿੱਤਾ, ਪਾਰਟੀ ਨੇ ਵੀ ਕੋਈ ਬਿਆਨ ਨਹੀਂ ਦਿੱਤਾ, ਇਸ ਕਰਕੇ ਪਾਰਟੀ ਦਾ ਨੁਕਸਾਨ ਹੋ ਰਿਹਾ ਉੱਥੇ ਜੀ। ਪਰ ਸਭ ਇੱਕ ਆਪਾਂ ਬਿਹਾਰ ਦੀ ਗੱਲ ਕਰਨੀ ਆ। ਪਹਿਲਾਂ ਆਪਾਂ ਬੜੀ ਇਤਿਹਾਸਕ ਗੱਲ ਕਰ ਚੁੱਕੇ ਹਾਂ ਕਿ ਵੀ ਇੱਕ ਪੁਲ ਸੀਗਾ, ਉਦਘਾਟਨ ਤੋਂ ਠੀਕ 29 ਦਿਨ ਬਾਅਦ ਉਹ ਡਿੱਗ ਪਿਆ, ਤੇ ਹੁਣ ਤੇ ਕਹਿੰਦੇ ਕਿ ਅੱਜ ਨਿਤੀਸ਼ ਕੁਮਾਰ ਹੋਰਾਂ ਨੇ ਨਵਾਂ ਕੁੜਤਾ ਵੀ ਪਾਇਆ ਸੀ, ਤਿਆਰੀ ਵੀ ਪੂਰੀ ਸੀ ਵੀ ਉਦਘਾਟਨ ਕਰਨ ਜਾਣਾ, ਤੇ ਉਦੋਂ ਪਹਿਲਾਂ ਹੀ ਡਿੱਗ ਪਿਆ ਜੀ। ਇੱਕ ਦੇਖੋ, ਅੱਜ ਵਾਲਾ ਜਿਹੜਾ ਪੁਲ ਬਣਿਆ, ਦੋਵਾਂ ਪਾਸਿਆਂ ਤੋਂ ਜਿਹੜੀ ਅਪਰੋਚ ਰੋਡ ਹੈ ਜੀ, ਉਹ ਪੁਲ ਕਾਹਦਾ ਬਣਿਆ ਹੁੰਦਾ ਜਿਹਦੀ ਅਪਰੋਚ ਰੋਡ ਹੀ ਰੁੜ ਜਾਵੇ ਜੀ। ਅੱਜ ਉਹ ਸਾਰੀ ਦੀ ਸਾਰੀ ਅਪਰੋਚ ਰੋਡ ਡਿੱਗ ਗਈ ਹੈ ਜੀ, ਤੇ ਉਦਘਾਟਨ ਤੇ ਜਾ ਕੇ ਪੁਲ ਤੇ ਕਰਨਾ ਹੈ ਨਾ ਨਿਤੀਸ਼ ਕੁਮਾਰ ਨੇ, ਜਾਣਾ ਕਿੱਧਰ ਦੀ ਹੈ ਜੀ। ਅੱਜ ਦੁਪਹਿਰੇ ਉਦਘਾਟਨ ਕਰਨਾ ਸੀ, ਇਹਦੇ ਤੋਂ 8 ਘੰਟੇ ਪਹਿਲਾਂ ਉਹ ਪੁਲ ਟੁੱਟ ਗਿਆ, ਤੇ ਉਹਦੇ ਉੱਤੇ ਲਾਗਤ ਕਿੰਨੀ ਆਈ ਸੀ? 509 ਕਰੋੜ ਰੁਪਏ ਜੀ। ਇਹਦੇ ਤੋਂ ਪਹਿਲਾਂ 15 ਜੁਲਾਈ ਨੂੰ ਇੱਕ ਪੁਲ ਟੁੱਟਾ ਸੀ, ਸੱਤਰਘਾਟ ਪੁਲ ਜੀ। ਉਹਦਾ ਸੱਤਰਘਾਟ ਪੁਲ ਟੁੱਟਾ ਸੀ, 15 ਜੁਲਾਈ ਨੂੰ ਟੁੱਟਾ। ਉਹਦੇ ਤੋਂ 29 ਦਿਨ ਪਹਿਲਾਂ 16 ਜੂਨ ਨੂੰ ਉਸ ਪੁਲ ਦਾ ਉਦਘਾਟਨ ਕੀਤਾ ਸੀ ਗ੍ਰੇਟ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੀ। ਸ਼ਾਸਨ ਕਹਿੰਦੇ ਆ ਐਡਮਿਨਿਸਟ੍ਰੇਸ਼ਨ ਨੂੰ, ਤੇ ਨਿਤੀਸ਼ ਕੁਮਾਰ ਨੂੰ ਸੁਸ਼ਾਸਨ ਯਾਨੀ ਵਧੀਆ ਸ਼ਾਸਨ ਦੇਣ ਵਾਲਾ ਮੁੱਖ ਮੰਤਰੀ ਕਿਹਾ ਜਾਂਦਾ ਜੀ। ਤੇ ਉਹ ਕਿਹੋ ਜਿਹਾ ਵਧੀਆ ਸ਼ਾਸਨ ਦੇਣ ਵਾਲਾ ਮੁੱਖ ਮੰਤਰੀ ਹੈ ਜਿਹਦੇ ਰਾਜ ਦੇ ਵਿੱਚ ਪੁਲ ਦਾ ਉਦਘਾਟਨ ਕੀਤਾ ਗਿਆ ਤੇ 29 ਦਿਨਾਂ ਬਾਅਦ ਡਿੱਗ ਪਿਆ। ਉਹ ਜਿਹੜਾ ਡਿੱਗਾ ਸੀ ਉਹ 264 ਕਰੋੜ ਰੁਪਏ ਦਾ ਬਣਿਆ ਸੀ ਜੀ। ਇਹ ਉਹਦੇ ਨਾਲ ਦੁੱਗਣੇ ਪੈਸਿਆਂ ਦਾ 509 ਕਰੋੜ ਦਾ ਬਣਿਆ ਜੀ, ਤੇ ਇਹ ਵੀ ਡਿੱਗ ਪਿਆ। ਹੁਣ ਉਦੋਂ ਇਹ ਨਿਤੀਸ਼ ਕੁਮਾਰ ਨੇ ਆਖਿਆ ਸੀ ਮਾੜੀ ਜੀ ਅਪਰੋਚ ਰੋਡ ਡਿੱਗੀ ਹੈ,
ਵਿਰੋਧੀ ਧਿਰ ਰੌਲਾ ਪਾਉਂਦੀ ਆ, ਜੀ। ਇਹ ਵੀ ਪਤਾ ਨਹੀਂ ਵਿਰੋਧੀ ਧਿਰ ਦੀ ਕੋਈ ਬੀਜੇਪੀ ਵਾਲੇ ਕਹਿੰਦੇ ਸਾਜ਼ਿਸ਼ ਹੋਣੀ ਆ, ਵੀ ਸਾਜ਼ਿਸ਼ ਵਿਰੋਧੀ ਧਿਰ ਤੇਰੇ ਪੁਲ ਵੀ ਬਣਾ ਕੇ ਦੇਵੇਗੀ। ਪੁਲ ਤੁਹਾਂ ਬਣਾਉਣੇ ਆ ਕਿ ਉਹਨਾਂ ਨੇ? ਤੁਹਾਡੀ ਅਪਰੋਚ ਰੋਡ ਜੇ ਇਦਾਂ ਦੀ ਹੋਵੇ ਤੇ ਫਿਰ ਤੁਸੀਂ ਦੂਸਰਿਆਂ ਨੂੰ ਦੋਸ਼ ਕਿੱਦਾਂ ਦੇ ਸਕਦੇ ਆ? ਇਹਦਾ ਮਤਲਬ ਇਹ ਕਿ ਲਾਲੂ ਪ੍ਰਸ਼ਾਦ ਦੇ ਵੇਲੇ ਜਿੰਨੀ ਕਰਪਸ਼ਨ ਸੀ ਉਹਦੇ ਵਿੱਚ ਤਾਂ ਪੁਲ ਬਣਿਆ 5-7 ਸਾਲ ਕੱਢ ਜਾਂਦਾ ਸੀ, ਤੁਹਾਡੇ ਤੇ 5 ਦਿਨ ਵੀ ਕੱਢਣਾ ਹੋ ਗਿਆ। ਉਦਘਾਟਨ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਅਜੇ ਰਾਹ 'ਚ ਫਿਰਦਾ ਤੇ ਉਹਦੇ ਜਾਣ ਤੋਂ ਪਹਿਲਾਂ ਤੇ ਉਹਦਾ ਪੁਲ ਜਿਹੜਾ ਉਹ ਟੁੱਟ ਵੀ ਗਿਆ, ਤੇ ਫਿਰ ਤੁਸੀਂ ਕੀ ਕੀਤਾ? ਬਿਲਕੁਲ ਸਹੀ। ਪਰ ਸਭ ਇੱਕ ਆਪਾਂ ਕਮਲਾ ਹੈਰਿਸ ਦੀ ਗੱਲ ਕਰਨੀ ਹੈ, ਕਿਉਂਕਿ ਹੁਣ ਅਮਰੀਕਾ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਨੇ ਉਹਨਾਂ ਨੂੰ ਉਪ ਰਾਸ਼ਟਰਪਤੀ ਦਾ ਉਮੀਦਵਾਰ ਐਲਾਨ ਦਿੱਤਾ, ਉਹਨਾਂ ਬਾਰੇ ਜ਼ਰੂਰ ਦੱਸੋ ਜੀ। ਜਿਹੜੀ ਕਮਲਾ ਹੈਰਿਸ ਆ, ਇਹਦੀ ਮਾਂ ਸੀ ਤਾਮਿਲਨਾਡੂ ਤੋਂ ਜੀ, ਪੜ੍ਹਨ ਵਾਸਤੇ ਗਈ ਸੀ ਅਮਰੀਕਾ 'ਚ। ਉੱਥੇ ਜਾ ਕੇ ਤੇ ਇੱਕ ਜਮੈਕਾ ਤੋਂ ਆਇਆ ਹੋਇਆ ਅਮਰੀਕੀ ਸੀ, ਉੱਥੋਂ ਦੀ ਸਿਟੀਜ਼ਨਸ਼ਿਪ ਉਹਨੇ ਵੀ ਲੈ ਲਈ ਸੀ ਜੀ। ਉਹਦੇ ਨਾਲ ਇਕੱਠੇ ਪੜ੍ਹਦਿਆਂ ਇਹਨਾਂ ਦੋਵਾਂ ਨੇ ਵਿਆਹ ਕਰਾ ਲਿਆ। ਉਸ ਵਿਆਹ ਤੋਂ ਜਿਹੜੀ ਬੇਟੀ ਪੈਦਾ ਹੋਈ, 2 ਕੁੜੀਆਂ ਨੇ, ਉਹ ਇਹ ਕਮਲਾ ਹੈਰਿਸ ਹੈ, ਜਿਹੜੀ ਪਹਿਲਾਂ ਅਟਾਰਨੀ ਜਨਰਲ ਸੀ, ਹਾਰਵਰਡ ਯੂਨੀਵਰਸਿਟੀ ਦੀ ਪੜ੍ਹੀ ਹੋਈ ਹੈ। ਅਟਾਰਨੀ ਜਨਰਲ ਤੋਂ ਬਾਅਦ ਪਾਰਲੀਮੈਂਟ ਮੈਂਬਰ ਬਣੀ। ਫਿਰ ਇਸ ਵਾਰੀ ਇਹ ਰਾਸ਼ਟਰਪਤੀ ਚੋਣ ਵਾਸਤੇ ਉਮੀਦਵਾਰ ਦੀ ਦੌੜ ਵਿੱਚ ਸੀ ਜੀ। ਤੇ ਜਦੋਂ ਵੇਖਿਆ ਕਿ ਉਮੀਦਵਾਰ ਦੀ ਦੌੜ 'ਚ ਜੋ ਬਿਡਨ ਅੱਗੇ ਲੰਘ ਰਿਹਾ ਤੇ ਇਹਨੇ ਵੇਲੇ ਸਿਰ ਹੀ ਆਪਣਾ ਨਾਮ ਵਾਪਸ ਲੈ ਲਿਆ ਸੀ ਜੀ। ਇਹਦੇ ਤੋਂ ਡੋਨਲਡ ਟਰੰਪ ਚਿੜਦਾ ਬਹੁਤ ਹੈ, ਕਿਉਂਕਿ ਇਹਨੇ ਇੱਕ ਇਹੋ ਜਿਹੀ ਟਿੱਪਣੀ ਉੱਤੇ ਕੀਤੀ ਸੀ ਜਿਹੜੀ ਉਹਨੂੰ ਸਾਰੀ ਉਮਰ ਨਹੀਂ ਭੁੱਲਣੀ ਤੇ ਮਿਰਚਾਂ ਲੜਦੀਆਂ ਰਹਿਣੀਆਂ ਜੀ। ਹੁਣ ਜਦੋਂ ਡੈਮੋਕ੍ਰੈਟਿਕ ਪਾਰਟੀ ਨੇ ਆਖਿਆ ਕਿ ਸਾਡੇ ਵੱਲੋਂ ਇਹ ਵਾਈਸ ਪ੍ਰੈਜ਼ੀਡੈਂਟ ਵਾਸਤੇ ਉਮੀਦਵਾਰ ਹੋਵੇਗੀ ਜੋ ਬਿਡਨ ਦੇ ਨਾਲ, ਤੇ ਉਹਦੇ ਤੋਂ ਬਾਅਦ ਟਰੰਪ ਨੇ ਉਸ ਵੇਲੇ ਕਹਿਤਾ, ਕਹਿੰਦਾ ਇਹ ਬੜੀ ਹੈਰਾਨੀ ਵਾਲੀ ਗੱਲ ਹੈ, ਜਿਸ ਔਰਤ ਨੇ ਮੇਰੇ ਖਿਲਾਫ ਐਡੀ ਭੈੜੀ ਟਿੱਪਣੀ ਕੀਤੀ ਸੀ ਉਹਨੂੰ ਤੁਸੀਂ ਵਾਈਸ ਪ੍ਰੈਜ਼ੀਡੈਂਟ ਦੇ ਉਮੀਦਵਾਰ ਬਣਾ ਰਹੇ ਹੋ ਜੀ। ਜਿਹੜੇ ਟਰੰਪ ਦੇ ਨਾਲ ਨੇ ਉਹ ਕਿਹੜੇ ਚੰਗੇ ਆ? ਔਰ ਉਹ ਟਰੰਪ ਦੇ ਆਪਣੇ ਬਾਰੇ ਵੀ ਤੇ ਟਰੰਪ ਉਹਨਾਂ ਬਾਰੇ ਵੀ ਕਿੰਨੀਆਂ ਟਿੱਪਣੀਆਂ ਕਰਦਾ ਜੀ। ਕਮਲਾ ਹੈਰਿਸ ਨੇ ਕੋਈ ਗਲਤ ਕੰਮ ਨਹੀਂ ਕੀਤਾ, ਹਾਰਵਰਡ ਯੂਨੀਵਰਸਿਟੀ ਦੀ ਪੜ੍ਹੀ ਹੋਈ ਹੈ ਔਰ ਹੁਣ ਤੱਕ ਦਾ ਰਿਕਾਰਡ ਇਹਦਾ ਚੰਗਾ, ਇੰਟੈਲੈਕਚੁਅਲ ਹੈ। ਮੈਂ 10ਵੀਂ ਤੱਕ ਅਟਾਰਨੀ ਜਨਰਲ ਵੀ ਰਹਿ ਚੁੱਕੀ ਹੈ ਜੀ। ਭਾਰਤ ਦੀ ਹੈ, ਕਿਉਂਕਿ ਇਸ ਕਰਕੇ ਭਾਰਤ ਦੇ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਇਹਦੇ ਨਾਲ ਜੁੜੀਆਂ ਹੋ ਸਕਦੀਆਂ ਨੇ। ਤੇ ਜਦੋਂ ਇਹ ਪਹਿਲੀ ਵਾਰ ਕਿਸੇ ਪ੍ਰਵਾਸੀ ਪਰਿਵਾਰ 'ਚੋਂ ਕੋਈ ਔਰਤ ਅੱਗੇ ਲਿਆਂਦੀ ਜਾ ਰਹੀ ਹੋਵੇ, ਤੇ ਇਕੱਲੇ ਭਾਰਤੀ ਨਹੀਂ, ਦੁਨੀਆ ਭਰ ਦੇ ਜਿੰਨੇ ਪ੍ਰਵਾਸੀ ਅਮਰੀਕਾ 'ਚ ਰਹਿੰਦੇ ਆ, ਕੁਝ ਨਾ ਕੁਝ ਭਾਵਨਾਵਾਂ, ਖਾਸ ਕਰਕੇ ਉਹ ਇੱਕ ਅਫਰੀਕਨ ਗੈਰ ਗੋਰੇ ਬਾਪ ਦੀ ਧੀ ਆ, ਉਹਦਾ ਵੀ ਅਸਰ ਪੈਂਦਾ, ਉਹ ਭਾਵਨਾਵਾਂ ਉਸ ਪਾਸੇ ਜੁੜ ਜਾਂਦੀਆਂ ਹੁੰਦੀਆਂ ਜੀ। ਮੈਨੂੰ ਸਭ ਤੁਸੀਂ ਸਮਾਂ ਕੱਢਿਆ, ਬਹੁਤ ਧੰਨਵਾਦ ਜੀ। ਤੇ ਇਸ ਦੇ ਨਾਲ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਰਾਵਾਂ, ਭੈਣਾਂ, ਦੋਸਤਾਂ, ਬਜ਼ੁਰਗਾਂ ਤੇ ਬੱਚਿਆਂ ਦੀ ਸੇਵਾ 'ਚ ਤੁਹਾਡਾ ਇਹ ਸੇਵਾਦਾਰ ਇੱਕ ਛੋਟੀ ਜਿਹੀ ਖੁਸ਼ੀ ਜਿਹੜੀ ਸਾਡੇ ਵਾਸਤੇ ਬਹੁਤ ਵੱਡੀ ਆ, ਉਹ ਲੈ ਕੇ ਹਾਜ਼ਰ ਹੋਇਆ। ਤੁਸੀਂ ਜਾਣਦੇ ਹੋ 4 ਸਾਲ ਪਹਿਲਾਂ ਜਦੋਂ ਪ੍ਰਾਈਮ ਏਸ਼ੀਆ ਸ਼ੁਰੂ ਹੋਇਆ ਸੀ, ਉਹਦੇ ਤੋਂ ਬਾਅਦ ਦਾ ਪੈਂਡਾ ਤੁਸਾਂ ਤੇ ਅਸਾਂ ਰਲ ਕੇ ਕਿਸ ਤਰ੍ਹਾਂ ਤੈਅ ਕੀਤਾ। ਜਦੋਂ ਇਹ ਚੈਨਲ ਪ੍ਰਾਈਮ ਏਸ਼ੀਆ TV ਸ਼ੁਰੂ ਕੀਤਾ ਗਿਆ, ਇਹੋ ਜਿਹੇ ਲੋਕ ਵੀ ਸਨ ਜਿਹੜੇ ਕਹਿੰਦੇ ਸੀ ਇਹੋ ਜਿਹੇ ਬੜੇ ਚੈਨਲ ਸ਼ੁਰੂ ਹੋਏ, ਇਹ ਕਿਹੜਾ ਚੱਲਣ ਲੱਗਾ। ਪਰ ਅੱਜ ਇਸ ਪੜਾਅ 'ਤੇ ਖਲੋ ਕੇ ਅਸੀਂ ਜਦੋਂ ਝਾਤੀ ਮਾਰਦੇ ਹਾਂ, ਉਰਦੂ ਦਾ ਇੱਕ ਸ਼ੇਰ ਹੈ, ਅਕੇਲਾ ਹੀ ਚਲਾ ਥਾ ਜਾਨਬੇ ਮੰਜ਼ਿਲ, ਲੋਕ ਮਿਲਤੇ ਗਏ, ਕਾਰਵਾਂ ਬਣਤਾ ਗਿਆ। ਅਮਨ ਖਟਕੜੂਰਾ ਨੇ ਜਦੋਂ ਇਹਦੀ ਸ਼ੁਰੂਆਤ ਕੀਤੀ, ਉਹ ਇਕੱਲੇ ਸੀ। ਹੌਲੀ ਹੌਲੀ ਟੀਮ ਬਣੀ, ਲੋਕਾਂ ਦਾ ਕਾਫਲਾ ਜੁੜਿਆ, ਤੇ ਅੱਜ ਜਿਹੜੀ ਮੈਂ ਖੁਸ਼ੀ ਦੀ ਗੱਲ ਦੱਸਣ ਲੱਗਾ ਉਹ ਇਹ ਹੈ ਕਿ YouTube ਦੇ ਉੱਤੇ ਸਾਡਾ ਪ੍ਰਾਈਮ ਏਸ਼ੀਆ ਦਾ 10 ਲੱਖ ਲੋਕਾਂ ਦਾ ਪਰਿਵਾਰ ਬਣ ਚੁੱਕਾ। ਇੰਨੇ ਥੋੜ੍ਹੇ ਸਮੇਂ 'ਚ ਇਸ TV ਚੈਨਲ ਨੇ ਜਿਹੜੀ ਇਹ ਪ੍ਰਾਪਤੀ ਕੀਤੀ ਹੈ, ਇਹਦੇ ਵਧਾਈ ਦੇ ਹੱਕਦਾਰ ਤੁਸੀਂ ਸਾਰੇ ਲੋਕ ਹੋ। ਇਹ ਇਸ ਵੇਲੇ ਭਾਰਤ ਵਿੱਚ ਵੀ, ਅਮਰੀਕਾ ਕੈਨੇਡਾ ਵਿੱਚ ਵੀ, ਯੂਰਪ ਦੇ ਦੇਸ਼ਾਂ ਵਿੱਚ ਵੀ, ਔਰ ਜਿਹੜਾ ਚੜ੍ਹਦੇ ਸੂਰਜ ਦਾ ਦੇਸ਼ ਜਾਪਾਨ, ਨਿਊਜ਼ੀਲੈਂਡ, ਆਸਟ੍ਰੇਲੀਆ ਤੱਕ ਵੀ, ਜੇ ਦੁਨੀਆ ਵਿੱਚ ਸਭ ਤੋਂ ਵੱਧ ਇਸ ਵੇਲੇ ਪਛਾਣਿਆ ਜਾਂਦਾ, ਪਸੰਦ ਕੀਤਾ ਜਾਂਦਾ ਪ੍ਰੋਗਰਾਮ ਹੈ, TV ਹੈ, ਚੈਨਲ ਹੈ, ਤੇ ਉਹ ਤੁਹਾਡਾ ਆਪਣਾ ਪਿਆਰਾ ਪ੍ਰਾਈਮ ਏਸ਼ੀਆ TV ਹੈ। ਇਸ ਮੌਕੇ ਮੈਂ ਇਸ TV ਦੇ ਸੰਚਾਲਕ ਅਮਨ ਖਟਕੜ ਜੀ, ਸਮੁੱਚੀ ਟੀਮ ਜਿਹਦੇ ਵਿੱਚ ਸਾਡੇ ਕੈਮਰਾਮੈਨ, ਐਡੀਟਰ, ਪੱਤਰਕਾਰ, ਕਲਾਕਾਰ ਸਾਰੇ ਲੋਕ ਸ਼ਾਮਲ ਨੇ, ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ, ਤੇ ਸਭ ਤੋਂ ਵੱਧ ਵਧਾਈ ਦਿੰਦਾ ਦੁਨੀਆ ਭਰ 'ਚ ਬੈਠੇ ਪੰਜਾਬੀ ਭਰਾਵਾਂ, ਭੈਣਾਂ, ਬਜ਼ੁਰਗਾਂ, ਬੱਚਿਆਂ ਸਾਰਿਆਂ ਨੂੰ, ਜਿਨ੍ਹਾਂ ਦੇ ਇਸ ਸਾਥ ਸਦਕਾ ਅਸੀਂ ਇਹ ਜਿਹੜੀ ਕਾਮਯਾਬੀ ਹੈ ਇਹ ਇੱਥੋਂ ਤੱਕ ਪਹੁੰਚ ਸਕੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ